मानयोग संत बाबा हरनाम सिंह जी वो अपने विचार तुहाडे नाल सांझे करनगे। संत बाबा हरनाम सिंह जी मुखी दमदमी टकसाल। परम सन्मानयोग गुरु रूप गुरु खालसा साध संगत जी, वाहिगुरु जी का खालसा वाहिगुरु जी की फतेह। अज समुचा खालसा पंथ धन धन सतगुरु श्री गुरु तेग बहादुर साहिब सच्चे पातशाह महाराज जी की वसाई हुई महान नगरी श्री आनंदपुर साहब विखे ਲੱਖਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੋ ਕਰਕੇ ਇਸ ਪਾਵਨ ਪਵਿੱਤਰ ਧਰਤੀ ਦਾ 350 ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ। ਔਰ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਬਾਬਾ ਬੁੱਢਾ ਸਾਹਿਬ ਜੀ ਦੀ अंश बंश विचों 6वीं थां ते भाई गुरदित्ता जी तो 1665 ईस्वी 1722 संमत 19 जून वाले दिन गुरुद्वारा साहिब गुरु के महल गुरुद्वारा साहब भोरा साहब स्थान उत्ते जिन्हां स्थानां ते साहबजादियां दे अवतार होए उस स्थान ते अज दे दिन ते अमृत वेले आप इस धरती दी इस नगर दी इस स्थान दी मोड़ी गड़वाई और इस धरती दे उत्ते किन्नियां क वड्डियां बख्शिशां कीतियां। जे असी इतिहास के पिछोकड़ विच जाइए तो असी सतगुरां दियां बख्शिशां नूं किसे गिणती मिणती दे विच नहीं लिया सकते। और सतगुरु कलगीधर पातशाह जी ने अपनी बाणी अंदर इस धरती की महानता का जिक्र किया। जुद्ध जीत आए जब टिके न तिन पुर पाप कहा लूर में बांध्यो आन आनंदपुर गाम। ऐसी महान धरती जिस धरती दे उत्ते 1699 ईस्वी 1726 संमत नूं 56 संमत नूं खालसे दी सिरजना करके खालसे नूं खंडे बाटे दे अमृत दी दात आप बख्शिश कीती है। मैं बहुत संखेप विच कुछ बेनतियां तुहाडे सन्मुख रखनियां। किड्डी वड्डी निर्वैरता, कितना वड्डा त्याग, किन्ना वड्डा वैराग धन श्री गुरु तेग बहादुर साहब जी दे हिरदे दे अंदर जे उन्हां दे नाल बाबा बकाला साहब की धरती ते बहुत वड्डी ईरखा की गई तो आप जी किसी भी तरह की भरा मारू जंग तो बचते हुए संगतां नूं इस दुविधा विच पैण तो बचाउण हित इस धरती ते आए। और इत्थे भी जदों कीरतपुर साहब गए उत्थे भी ईरखा द्वेष वाला माहौल वेख्या तो सतगुरां नूं उस समय कहलूर रियासत दे राजे दीप चंद और तिन्हां दी धर्म सुपत्नी राणी चंपा ने बेनती की गरीब नवाज साडी रियासत विच इस नगर नूं वसाओ, इत्थे चरण पाओ। तो हजूर ने 1,57,000 रुपया दे के अपने खालसे लई सिख संगतां लई ये महान धरती की स्थापना इस महान नगर की स्थापना की है। दूसरा दुनिया के अंदर मैं इस गल नूं दोबारा दोहराउणी चाहुंदा। कल माणयोग
ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵੱਲੋਂ ਇੱਕ ਬੜਾ ਗੰਭੀਰਤਾ ਭਰਿਆ ਉਹਨਾਂ ਨੇ ਬਿਆਨ ਦਿੱਤਾ ਕਿ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੋਂ ਜੇ ਧਾਰਮਿਕ ਆਜ਼ਾਦੀ ਦਾ ਸਭ ਤੋਂ ਪਹਿਲਾ ਮੁੱਢ ਬੰਨਿਆ ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਕੁਰਬਾਨੀ ਦੇ ਕੇ ਬੰਨਣਾ ਕੀਤਾ। ਔਰ ਇਸ ਧਰਤੀ ਤੇ ਇੱਕ ਗੱਲ ਮੈਂ ਹੋਰ ਜ਼ਰੂਰੀ ਕਹਿਣੀ ਚਾਹੁੰਦਾ, ਕਈ ਵਾਰੀ ਅਸੀਂ ਕੌਮਾਂ ਦਾ ਜ਼ਿਕਰ ਕਰਦੇ ਆ ਇਸ ਭੁਲੇਖੇ ਦਾ ਸ਼ਿਕਾਰ ਬਣ ਜਾਈਦਾ ਕਿ ਸਾਡਾ ਫਲਾਨੀ ਕੌਮ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ। ਕੌਮਾਂ ਨਾਲ ਸਾਡਾ ਨਹੁੰ ਅਤੇ ਮਾਸ ਦਾ ਰਿਸ਼ਤਾ ਨਹੀਂ, ਸਾਡਾ ਧਰਮਾਂ ਨਾਲ ਨਹੁੰ ਅਤੇ ਮਾਸ ਦਾ ਰਿਸ਼ਤਾ। ਕਿਉਂਕਿ ਜਦੋਂ ਵੀ ਕਿਸੇ ਵੀ ਧਰਮ ਉੱਤੇ ਆਂਚ ਆਈ ਤਾਂ ਸਤਿਗੁਰੂ ਸਾਹਿਬਾਨਾਂ ਨੇ ਔਰ ਗੁਰਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ। ਔਰ ਕੱਲ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਆਪਣੇ ਵੱਲੋਂ ਬੜੀ ਗੰਭੀਰਤਾ ਦੇ ਨਾਲ ਇੱਕ ਅਪੀਲ ਕੀਤੀ ਹੈ ਕਿ ਹਿੰਦੁਸਤਾਨ ਦੇ ਹਰ ਵਸਨੀਕ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਦਿਹਾੜਾ ਹਿੰਦੁਸਤਾਨ ਦੇ ਕੋਨੇ-ਕੋਨੇ ਵਿੱਚ ਔਰ ਦੁਨੀਆ ਦੇ ਕੋਨੇ-ਕੋਨੇ ਵਿੱਚ ਮਨਾਉਣਾ ਚਾਹੀਦਾ। ਮੈਂ ਕੁਝ ਬੇਨਤੀਆਂ ਭਾਰਤ ਸਰਕਾਰ ਦੇ ਧਿਆਨ ਵਿੱਚ ਵੀ ਲਿਆਉਣੀਆਂ ਚਾਹੁੰਦਾ। ਉਹਨਾਂ ਦੇ ਨੁਮਾਇੰਦੇ ਸ੍ਰੀ ਰਾਜਨਾਥ ਸਿੰਘ ਜੀ ਵੀ ਇੱਥੇ ਪੁੱਜੇ ਹੈ। ਜਦੋਂ ਅਸੀਂ ਸਮੁੱਚੀ ਕੌਮ ਨੇ ਚੱਪੜਚਿੜੀ ਦੇ ਮੈਦਾਨ ਅੰਦਰ 300 ਸਾਲਾ ਫਤਿਹ ਦਿਵਸ ਦੀ ਸ਼ਤਾਬਦੀ ਕੌਮ ਦੇ ਜਰਨੈਲ ਅਮਰ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਯਾਦ ਨੂੰ ਸਮਰਪਿਤ ਮਨਾਈ, ਉਦੋਂ ਉਸ ਵਕਤ ਸਰਦਾਰ ਰਾਜਨਾਥ ਸਿੰਘ ਜੀ ਨੇ ਆਪਣੇ ਸੰਬੋਧਨ ਵਿੱਚ ਇੱਕ ਗੱਲ ਬੜੀ ਭਾਵਪੂਰਤ ਆਖੀ ਸੀ ਕਿ ਮੈਨੂੰ ਅੱਜ ਇਸ ਧਰਤੀ ਤੇ ਆ ਕੇ ਪਹਿਲੀ ਵਾਰ ਪਤਾ ਲੱਗਾ ਕਿ ਕੌਮ ਦੇ ਜਰਨੈਲਾਂ ਨੇ ਇਸ ਦੇਸ਼ ਲਈ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ। ਔਰ ਕੁਪਰਹੀੜੇ ਦੇ ਘੱਲੂ ਘਾਰੇ ਦਾ, ਇਸੇ ਤਰ੍ਹਾਂ ਕਾਹਨੂੰਵਾਨ ਦੇ ਸ਼ੰਭ ਦਾ ਔਰ ਚੱਪੜਚਿੜੀ ਦੇ ਇਤਿਹਾਸ ਦਾ ਉਹ ਕਹਿਣ ਲੱਗੇ ਕਿ ਅੱਜ ਪਹਿਲੀ ਵਾਰ ਮੈਨੂੰ ਪਤਾ ਲੱਗਾ ਕਿ ਸਿੱਖ ਕੌਮ ਨੇ ਐਡੀ ਵੱਡੀ ਕੁਰਬਾਨੀ ਦਿੱਤੀ, ਐਡਾ ਵੱਡਾ ਇਤਿਹਾਸ ਸਿਰਜਿਆ। ਜਦੋਂ ਹਿੰਦੁਸਤਾਨ ਵਿੱਚ ਸਾਡੀ ਸਰਕਾਰ ਆਏਗੀ, ਅਸੀਂ ਹਰ ਸਕੂਲ ਲੈਵਲ ਤੋਂ ਲੈ ਕੇ ਯੂਨੀਵਰਸਿਟੀਆਂ ਤੱਕ, ਕਾਲਜਾਂ ਤੱਕ ਕੁਪਰਹੀੜੇ ਦੇ ਘੱਲੂ ਘਾਰੇ ਦਾ ਔਰ ਕਾਹਨੂੰਵਾਨ ਦੇ ਸ਼ੰਭ ਦੇ ਘੱਲੂ ਘਾਰੇ ਦਾ ਔਰ ਫਤਿਹ ਦਿਵਸ ਦਾ ਜੋ ਮਹਾਨ ਮੁਕਾਮ ਚੱਪੜਚਿੜੀ ਦਾ ਮੈਦਾਨ ਹੈ, ਇਸ ਦਾ ਅਸੀਂ ਇਤਿਹਾਸ ਹਰ ਸਕੂਲ ਦੀ, ਹਰ ਕਾਲਜ ਦੀ, ਹਰ ਯੂਨੀਵਰਸਿਟੀ ਦੀ ਕਿਤਾਬ ਦੇ ਅੰਦਰ ਇਸ ਦਾ ਜ਼ਰੂਰੀ ਤੌਰ ਪਰ ਅਸੀਂ ਜ਼ਿਕਰ ਕਰਾਂਗੇ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਕਿ ਭਾਰਤ ਸਰਕਾਰ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਇਸ ਕੌਮ ਨੇ ਜ਼ੁਲਮ ਦੇ ਖਿਲਾਫ ਐਡੀ ਵੱਡੀ ਲੜਾਈ ਲੜੀ ਹੈ, ਹਰ ਧਰਮ ਦੀ ਰੱਖਿਆ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ। ਅੱਜ ਕੌਮ ਨੂੰ ਮੈਂ ਇਹ ਦੋ ਬੇਨਤੀਆਂ ਕਰਨੀਆਂ ਚਾਹੁੰਦਾ ਕਿ ਅੱਜ ਜੋ ਸਿੱਖ ਕੌਮ ਦਾ ਮੂੰਹ ਮਹਾਂਦਰਾ ਦੁਨੀਆ ਵਿੱਚ ਪੇਸ਼ ਕੀਤਾ ਜਾ ਰਿਹਾ, ਸਾਨੂੰ ਕਮਿਊਨਲ ਤੌਰ ਤੇ ਦਿਖਾਇਆ ਜਾ ਰਿਹਾ। ਸਿੱਖਾਂ ਦੀ ਕੋਈ ਤਸਵੀਰ ਆਉਂਦੀ ਹੈ, ਉਸ ਥੱਲੇ ਅੱਤਵਾਦੀ ਸ਼ਬਦ ਲਿਖਿਆ ਜਾਂਦਾ। ਮੈਂ ਇਹ ਬੇਨਤੀ ਕਰਨੀ ਚਾਹੁੰਦਾ, ਸਿੱਖ ਕੌਮ ਕਦੇ ਵਾਸਤੇ ਵੀ ਕਮਿਊਨਲ ਨਹੀਂ ਰਹੀ। ਇਸ ਕੌਮ ਨੇ ਸੈਕੂਲਰਿਜ਼ਮ ਲਈ ਲੜਾਈ ਲੜੀ ਹੈ, ਹਰ ਧਰਮ ਲਈ, ਹਰ ਕੌਮ ਲਈ। ਸਿੱਖ ਕੌਮ ਨਾਲੋਂ ਵੱਡਾ ਕੋਈ ਵੀ ਸੈਕੂਲਰ ਇਸ ਦੁਨੀਆ ਦੇ ਉੱਤੇ ਧਰਮ ਨਹੀਂ ਹੋ ਸਕਦਾ। ਜਿੱਥੇ ਸਿੱਖ ਆਪਣੇ ਧਰਮ ਵਿੱਚ ਪਰਪੱਕ ਹੈ, ਉੱਥੇ ਸਿੱਖ ਹਰ ਧਰਮ ਦਾ ਤਨੋ ਮਨੋ। ਇਸ ਤੋਂ ਵੱਡਾ ਕੀ ਕਿ ਨੌਵੇਂ ਗੁਰਦੇਵ ਬਾਅਦ ਵਾਲੇ ਸਿੰਘਾਂ ਦੀਆਂ ਐਡੀਆਂ ਵੱਡੀਆਂ ਕੁਰਬਾਨੀਆਂ ਇਹ ਧਰਮਾਂ ਦੀ ਰੱਖਿਆ ਲਈ ਹੋਈਆਂ।
ਇਸ ਕਰਕੇ ਸਿੱਖ ਕੌਮ ਦਾ ਮੂੰਹ ਮਹਾਂਦਰਾ ਜੋ ਅੱਜ ਤੱਕ ਬਣਾਇਆ ਜਾ ਰਿਹਾ, ਉਸ ਉੱਤੇ ਬੜੀ ਗੰਭੀਰਤਾ ਨਾਲ ਸੈਂਟਰ ਸਰਕਾਰ ਨੂੰ ਸੋਚਣ ਦੀ ਲੋੜ ਹੈ। ਜਦੋਂ ਸਾਡੇ ਇਸ ਦੇਸ਼ ਦੇ ਪ੍ਰਧਾਨ ਮੰਤਰੀ ਕਿਸੇ ਵੀ ਮੁਲਕ ਵਿੱਚ ਜਾਂਦੇ ਹੈ, ਇੱਕ ਗੱਲ ਬੜੀ ਜ਼ਰੂਰੀ ਮੈਂ ਕਰਨੀ ਚਾਹੁੰਦਾ, ਅੱਜ ਵਰਗਾ ਮੌਕਾ ਸਾਨੂੰ ਕਦੇ ਪ੍ਰਾਪਤ ਨਹੀਂ ਹੋਣਾ। ਜਦੋਂ ਪ੍ਰਧਾਨ ਮੰਤਰੀ ਜਾਂਦੇ ਹੈ, ਹਰ ਮੁਲਕ ਵਿੱਚ ਜਾਂਦੇ ਹੈ, ਔਰ ਹਰ ਮੁਲਕ ਦੇ ਵਿੱਚ ਜਿੱਥੇ ਦੂਜੀਆਂ ਕੌਮਾਂ ਦੀ ਸਮੱਸਿਆ, ਉੱਥੇ ਅੰਤਰਰਾਸ਼ਟਰੀ ਪੱਧਰ ਤੇ ਸਿੱਖਾਂ ਦੇ ਵੀ ਬਹੁਤ ਵੱਡੇ ਗੰਭੀਰ ਮਸਲੇ ਹੈ, ਔਰ ਸਿੱਖ ਉੱਥੇ ਬੜੀ ਜਦੋਜਹਿਦ ਕਰਦੇ ਹੈ। ਪ੍ਰਧਾਨ ਮੰਤਰੀ ਸਾਹਿਬ ਨੂੰ ਹਰ ਮੁਲਕ ਵਿੱਚ ਜਾਣ ਵੇਲੇ ਸਿੱਖ ਕੌਮ ਦੇ ਮਸਲਿਆਂ ਨੂੰ ਅਫੀਸ਼ੀਅਲ ਤੌਰ ਦੇ ਉੱਤੇ ਆਪਣੇ ਪ੍ਰੋਗਰਾਮ ਵਿੱਚ ਸ਼ਾਮਲ ਕਰਨਾ ਚਾਹੀਦਾ, ਔਰ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਦੀਆਂ ਸਮੱਸਿਆ ਵੱਲ ਵੀ ਬੜਾ ਸਾਨੂੰ ਗੰਭੀਰਤਾ ਨਾਲ ਧਿਆਨ ਦੇਣਾ ਚਾਹੀਦਾ। ਇਹ ਮੇਰੀ ਜ਼ਰੂਰੀ ਬੇਨਤੀ ਹੈ। ਦੂਸਰੀ, ਕਈ ਵਾਰੀ ਦੇਸ਼ ਦੇ ਹਿੱਤ ਲਈ, ਕੌਮਾਂ ਦੇ ਹਿੱਤਾਂ ਲਈ ਕਾਨੂੰਨਾਂ ਤੋਂ ਔਰ ਬਹੁਤ ਵੱਡੇ ਪੱਖਾਂ ਤੋਂ ਉੱਤੇ ਜਾ ਕੇ ਫੈਸਲੇ ਲੈਣੇ ਪੈਂਦੇ ਹੈ। ਔਰ ਸਾਡੇ ਸਨਮੁਖ ਐਗਜ਼ਾਮਪਲ ਹੈ, ਜਦੋਂ 1984 ਦੇ ਵਿੱਚ ਉਸ ਸਮੇਂ ਦੀ ਜ਼ਾਲਮ ਹਕੂਮਤ ਨੇ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ, ਹਜ਼ਾਰਾਂ ਸਿੰਘਾਂ ਨੂੰ ਸ਼ਹੀਦ ਕੀਤਾ, ਔਰ ਉਦੋਂ ਹਜ਼ਾਰਾਂ ਸੈਂਕੜਿਆਂ ਦੀ ਗਿਣਤੀ ਵਿੱਚ ਸਿੰਘਾਂ ਨੂੰ ਜੋਧਪੁਰ ਦੀਆਂ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੀਤਾ ਗਿਆ। ਲੇਕਿਨ ਵਕਤ ਆਇਆ, ਉਸ ਸਮੇਂ ਦੀਆਂ ਸਰਕਾਰਾਂ ਨੇ ਕਾਨੂੰਨਾਂ ਨੂੰ ਇੱਕ ਪਾਸੇ ਰੱਖ ਕੇ ਦੇਸ਼ ਦੇ ਹਿੱਤ ਲਈ ਜੋਧਪੁਰ ਦੇ ਕੈਦੀਆਂ ਨੂੰ ਰਿਹਾ ਕਰਵਾਇਆ ਸੀ। ਮੈਂ ਬੇਨਤੀ ਕਰਨੀ ਚਾਹੁੰਦਾ, ਦੇਸ਼ ਦੇ ਕੌਮ ਦੇ ਹਿੱਤ ਲਈ ਜਿੰਨੇ ਵੀ ਸਾਡੇ ਸਿੰਘ ਜੇਲ੍ਹਾਂ ਵਿੱਚ ਬੈਠੇ ਹੈ, ਔਰ 23 ਸਾਲ 22 ਸਾਲ, ਔਰ ਮੈਂ ਧੰਨਵਾਦ ਕਰਦਾ ਜਿੱਥੇ ਸੱਚੀ ਕੌਮ ਦਾ, ਸਿੱਖ ਜਥੇਬੰਦੀਆਂ ਦਾ, ਉਚੇਚੇ ਤੌਰ ਤੇ ਮੈਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਦਿਲ ਦੀ ਗਹਿਰਾਈ ਵਿੱਚੋਂ ਦਿਲ ਦੀ ਗਹਿਰਾਈ ਵਿੱਚੋਂ ਉਹਨਾਂ ਦਾ ਰੋਮ ਰੋਮ ਕਰਕੇ ਧੰਨਵਾਦ ਕਰਦਾ ਕਿ ਉਹਨਾਂ ਨੇ ਮਾਨਵਤਾ ਦੇ ਆਧਾਰ ਤੇ, ਕੌਮੀ ਹੱਕਾਂ ਦੇ ਆਧਾਰ ਤੇ, ਮਨੁੱਖੀ ਅਧਿਕਾਰਾਂ ਦੇ ਆਧਾਰ ਤੇ ਸਿੱਖ ਬੰਦੀਆਂ ਦੀ ਰਿਹਾਈ ਲਈ ਬਹੁਤ ਵੱਡੀ ਪਹਿਲ ਕਦਮੀ ਕੀਤੀ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦੀ ਮਾਨਸਿਕ ਔਰ ਸਰੀਰਕ ਦਸ਼ਾ ਇੰਨੀ ਕਮਜ਼ੋਰ ਹੈ ਕਿ ਦੇਖਣ ਵਾਲਾ ਹਰ ਮਨੁੱਖ ਦੀ ਅੱਖ ਨਮ ਹੋ ਜਾਂਦੀ ਹੈ, ਪਰ ਇਹ ਸਿਹਰਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਜਾਂਦਾ ਕਿ ਉਹਨਾਂ ਨੇ ਐਸੇ ਕੌਮ ਦੇ ਹੀਰੇ, ਕੌਮ ਦੇ ਬੜੇ ਲੰਮੇ ਸਮੇਂ ਤੋਂ ਜਿਹੜਾ ਸੰਤਾਪ ਭੋਗ ਰਹੇ ਸਿੰਘਾਂ ਦੀ ਰਿਹਾਈ ਲਈ ਬੜਾ ਵੱਡਾ ਉਦਮ ਕੀਤਾ। ਪਰ ਇਹ ਉਦਮ ਕੱਲਾ ਪੰਜਾਬ ਦੀ ਸਰਕਾਰ ਨਹੀਂ ਕਰ ਸਕਦੀ। ਸੈਂਟਰ ਦੀ ਸਰਕਾਰ ਨੂੰ ਸਾਡੇ ਨਾਲ ਪੂਰਾ ਸਹਿਯੋਗ ਦੇ ਕੇ ਜਿੰਨੇ ਜੇਲ੍ਹਾਂ ਵਿੱਚ ਸਾਡੇ ਸਿੱਖ ਬੈਠੇ ਆ, ਉਹਨਾਂ ਨੂੰ ਬਿਨਾਂ ਦੇਰੀ ਤੋਂ ਰਿਹਾ ਕਰਨਾ ਚਾਹੀਦਾ। ਔਰ ਅਖੀਰ ਤੇ ਮੈਂ ਇੱਕ ਕੌਮ ਦੇ ਨਾਂ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਤਖਤ ਹੈ, ਇਸ ਦਾ ਮਤਲਬ ਕੀ ਹੈ ਕਿ ਹਰ ਗੁਰਸਿੱਖ ਕੇਸਾਧਾਰੀ ਹੋਵੇ। ਸਭ ਤੋਂ ਪਹਿਲਾਂ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਸ਼੍ਰੋਮਣੀ ਕਮੇਟੀ ਹੈ, ਚਾਹੇ ਸੰਤ ਸਮਾਜ ਹੈ, ਚਾਹੇ ਨਿਹੰਗ ਸਿੰਘ ਜਥੇਬੰਦੀਆਂ, ਚਾਹੇ ਕੌਮ ਦੇ ਆਗੂ ਪਰਿਵਾਰ ਹੈ, ਹਰ ਪਰਿਵਾਰ ਆਪਣੇ ਘਰ ਚੋਂ ਸ਼ੁਰੂਆਤ ਕਰੇ ਕਿ ਅਸੀਂ ਇੱਕ ਵੀ ਬੱਚੇ ਦੇ ਕੇਸ ਅੱਜ ਤੋਂ ਬਾਅਦ ਕਤਲ ਨਹੀਂ ਕਰਾਂਗੇ। ਹਰ ਬੱਚੇ ਦਾ ਕੇਸ ਸਾਡਾ ਜ਼ਿੰਮੇਵਾਰੀ ਬਣਦੀ ਹੈ, ਕੌਮ ਦੇ ਆਗੂਆਂ ਦੀ, ਧਾਰਮਿਕ ਆਗੂਆਂ ਦੀ, ਰਾਜਨੀਤਿਕ ਆਗੂਆਂ ਦੀ, ਕਿ ਸਿੱਖ ਪਰਿਵਾਰਾਂ ਦੇ ਬੱਚਿਆਂ ਦੇ ਕੇਸ ਸਾਨੂੰ ਹਰ ਹਿੱਲੇ ਸਾਬਤ ਸੂਰਤ ਰੱਖਣ ਲਈ ਅੱਜ ਤੋਂ ਪ੍ਰਣ ਕਰਨਾ ਚਾਹੀਦਾ ਹੈ ਇਸ ਸਟੇਜ ਤੋਂ। ਔਰ ਜਿਹੜੀ ਭਰਾ ਮਾਰੂ ਦਸ਼ਾ ਦੇ ਵਿੱਚ ਅਸੀਂ ਅੱਜ ਗੁਜ਼ਰ ਰਹੇ ਹਾਂ, ਜੇ ਸ਼੍ਰੋਮਣੀ ਅਕਾਲੀ ਦਲ ਕੌਮ ਦੀ ਖਾਤਰ ਐਡੀ ਵੱਡੀ ਲੜਾਈ ਲੜ ਰਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੜ ਰਹੀ ਹੈ, ਜਾਂ ਸੰਤ ਸਮਾਜ ਜਾਂ ਨਿਹੰਗ ਸਿੰਘ ਜਥੇਬੰਦੀਆਂ,
ਜਾਂ ਦੂਸਰੀਆਂ ਸਿੱਖ ਜਥੇਬੰਦੀਆਂ ਸਾਨੂੰ ਆਪਣੇ ਮਤਭੇਦ ਭੁਲਾ ਕੇ ਇੱਕ ਮੁੱਠ ਹੋ ਕੇ ਕੌਮ ਦੇ ਹਿੱਤਾਂ ਦੀ ਖਾਤਰ ਸਾਨੂੰ ਇੱਕ ਦੂਸਰੇ ਦਾ ਸਹਿਯੋਗ ਦੇਣਾ ਚਾਹੀਦਾ, ਸਾਡੀ ਜ਼ਿੰਮੇਵਾਰੀ ਬਣਦੀ ਹੈ। ਅਖੀਰ ਦੇ ਉੱਤੇ ਮੈਂ ਸਭ ਤੋਂ ਪਹਿਲਾਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਜਿਨ੍ਹਾਂ ਦੀ ਅਗਵਾਈ ਵਿੱਚ ਸਾਰੀ ਕੌਮ ਅੱਜ ਸ਼ਤਾਬਦੀ ਮਨਾ ਰਹੀ ਹੈ, ਸਨਮਾਨਯੋਗ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਜਿਨ੍ਹਾਂ ਨੇ ਦਿਨ ਰਾਤ ਇਸ ਸ਼ਤਾਬਦੀ ਸਮਾਗਮਾਂ ਲਈ ਇੱਕ ਕੀਤਾ, ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਦੀ ਮੈਂ ਵੇਖਿਆ ਸਿਹਤ ਨਾਸਾਜ਼ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਵੱਡਾ ਮਸਾਲੀ ਯੋਗਦਾਨ ਇਹਨਾਂ ਸਮਾਗਮਾਂ ਲਈ ਪਾਇਆ। ਔਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪੰਜਾਬ ਦੇ ਜੋ ਮੁੱਖ ਮੰਤਰੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਹੈ, ਸਰਪ੍ਰਸਤ ਹੈ, ਔਰ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਪ੍ਰਧਾਨ ਬਹੁਤ ਹੀ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਇਹਨਾਂ ਸ਼ਖਸੀਅਤਾਂ ਨੇ ਇਹਨਾਂ ਸ਼ਤਾਬਦੀਆਂ ਲਈ ਦਿਨ ਰਾਤ ਇੱਕ ਕੀਤਾ। ਮੈਂ ਇੱਕ ਮੀਟਿੰਗ ਦੇ ਵਿੱਚ ਗਿਆ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ ਐਡਾ ਵੱਡਾ ਉਹਨਾਂ ਦੇ ਮਨ ਵਿੱਚ ਇਸ ਧਰਤੀ ਦਾ ਸਤਿਕਾਰ, ਜਥੇਦਾਰ ਸਰਦਾਰ ਮਨਜੀਤ ਸਿੰਘ ਜੀ ਜੀ ਕੇ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੈਠੇ ਹੈ, ਸਰਦਾਰ ਮਨਜਿੰਦਰ ਸਿੰਘ ਜੀ ਸਿਰਸਾ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਬੈਠੇ ਹੈ। ਬਾਦਲ ਸਾਹਿਬ ਬਾਰ-ਬਾਰ ਇੱਕ ਗੱਲ ਕਹਿ ਰਹੇ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਹਰ ਕੋਨਾ ਇੰਨਾ ਸੁੰਦਰ ਹੋਣਾ ਚਾਹੀਦਾ ਕਿ ਦੁਨੀਆ ਵਿੱਚ ਇਸ ਸਿਟੀ ਨੂੰ ਵਾਈਟ ਸਿਟੀ ਦੇ ਤੌਰ ਤੇ ਵੀ ਇਸ ਦਾ ਨਾਮ ਆਉਣਾ ਚਾਹੀਦਾ। ਔਰ ਉਹਨਾਂ ਨੇ ਆਪਣੀ ਸਰਕਾਰ ਦੇ ਵਕਤ ਸਿੱਖ ਵਿਰਾਸਤ ਕੰਪਲੈਕਸ ਨੂੰ ਕਾਇਮ ਕਰਨਾ, ਸਿੱਖਾਂ ਦਾ ਇੱਕ ਅਜੂਬਾ ਇੱਥੇ ਸਥਾਪਿਤ ਕਰਨਾ, ਇਹ ਉਹਨਾਂ ਦੀ ਬਹੁਤ ਵੱਡੀ ਦੇਣ ਔਰ ਬਹੁਤ ਵੱਡੀ ਉਹਨਾਂ ਦੀ ਰੀਝ ਔਰ ਸ਼ਰਧਾ ਹੈ। ਮੈਂ ਉਹਨਾਂ ਦਾ ਵੀ ਔਰ ਉਹਨਾਂ ਦੇ ਨਾਲ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ, ਸਿੰਘ ਸਾਹਿਬਾਨ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਹੈੱਡ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਸਨਮਾਨਯੋਗ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਅੱਜ ਮੈਨੂੰ ਪ੍ਰਸੰਨਤਾ ਹੋ ਰਹੀ ਹੈ ਸਾਡੇ ਹਰ ਧਰਮ ਦੇ ਨੁਮਾਇੰਦੇ, ਚਾਹੇ ਹਿੰਦੂ ਧਰਮ ਹੈ, ਚਾਹੇ ਮੁਸਲਿਮ ਧਰਮ ਹੈ, ਚਾਹੇ ਈਸਾਈ ਧਰਮ ਹੈ, ਉਹ ਸਾਰੇ ਨੁਮਾਇੰਦੇ ਬਾਦਲ ਸਾਹਿਬ ਦੀ ਦੂਰ ਅੰਦੇਸ਼ੀ ਔਰ ਉਹਨਾਂ ਦੀ ਨਿਮਰਤਾ ਕਰਕੇ ਅੱਜ ਦੇ ਸਮਾਗਮ ਨੂੰ ਇੱਕ ਦੁਨੀਆ ਵਿੱਚ ਵਿਲੱਖਣ ਰੂਪ ਦੇਣ ਲਈ ਸਤਿਗੁਰਾਂ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੇ ਹੈ। ਸੰਤ ਸਮਾਜ ਵੱਲੋਂ ਬਹੁਤ ਹੀ ਸਤਿਕਾਰਤ ਹਸਤੀਆਂ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ, ਸੰਤ ਬਾਬਾ ਲਖਵੀਰ ਸਿੰਘ ਜੀ ਰਤਵਾੜੇ ਵਾਲੇ, ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਬਲਵੀਰ ਸਿੰਘ ਜੀ ਮੁਖੀ ਬੁੱਢਾ ਦਲ ਸ਼੍ਰੋਮਣੀ ਪੰਥ ਅਕਾਲੀ ਦਲ, ਜਥੇਦਾਰ ਸੰਤ ਬਾਬਾ ਬੰਤਾ ਸਿੰਘ ਜੀ ਮੁੰਡੇ ਪਿੰਡ ਵਾਲੇ, ਸੰਤ ਬਾਬਾ ਮਨਜੀਤ ਸਿੰਘ ਜੀ ਹਰਖੋਵਾਲ ਵਾਲੇ, ਸੰਤ ਬਾਬਾ ਹਰਭਜਨ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਮੇਜਰ ਸਿੰਘ ਜੀ ਵਾਹ। ਔਰ ਅਖੀਰ ਤੇ ਮੈਂ ਦੋ ਇਹਨਾਂ ਮਹਾਨ ਸ਼ਖਸੀਅਤਾਂ ਦਾ ਵੀ ਧੰਨਵਾਦ ਕਰਦਾ ਕਿ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਜੋ ਇਸ ਹਲਕੇ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕਰਦੇ ਹੈ, ਡਾਕਟਰ ਦਲਜੀਤ ਸਿੰਘ ਜੀ ਚੀਮਾ ਜਿਨ੍ਹਾਂ ਦਾ ਬਹੁਤ ਵੱਡਾ ਇਹਨਾਂ ਸਮਾਗਮਾਂ ਲਈ ਯੋਗਦਾਨ ਹੈ, ਮੈਂ ਉਹਨਾਂ ਦਾ ਵੀ ਸਾਰਿਆਂ ਦਾ ਹੀ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ। ਅਖੀਰ ਤੇ ਬੇਨਤੀ ਹੈ, ਆਓ ਇਹਨਾਂ ਸ਼ਤਾਬਦੀਆਂ ਤੋਂ ਇੱਕ ਸੁਨੇਹਾ ਲੈ ਕੇ ਜਾਈਏ ਕਿ ਜਿਸ ਵੀ ਬੱਚੇ ਨੇ ਸਿੱਖ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਨੇ ਇਹਦੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਅੰਮ੍ਰਿਤ ਛਕਣ ਦਾ ਪ੍ਰਣ ਕਰਕੇ ਜਾਓ। ਜਿਹੜੇ ਕੇਸ ਕਟਾਉਂਦੇ ਕੇਸ ਸਾਬਤ ਰੱਖਣ ਦਾ ਪ੍ਰਣ ਕਰਕੇ ਜਾਈਏ। ਜਿਹੜੇ ਨਸ਼ਿਆਂ ਦਾ ਐਡਾ ਵੱਡਾ ਬੋਲਬਾਲਾ ਇਸ ਧਰਤੀ ਦੇ ਉੱਤੇ ਫੈਲਾਇਆ ਗਿਆ, ਉਸ ਨੂੰ ਰੋਕ ਕੇ ਕੌਮ ਦੀ ਜਵਾਨੀ ਨੂੰ ਬਚਾਈਏ। ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਫਿਰ ਸਾਰਿਆਂ ਨੂੰ ਹਾਰਦਿਕ ਤੌਰ ਤੇ ਰੋਮ ਰੋਮ ਕਰਕੇ ਲੱਖ ਲੱਖ ਵਧਾਈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।